ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਇਸ ਵੇਲੇ ਪੰਜਾਬ ਅੰਦਰ ਚੋਣਾਂ ਦੀ ਗਰਮੀ ਹਰ ਇੱਕ ਦੇ ਸਿਰ ਨੂੰ ਚੜੀ ਹੋਈ ਹੈ ਤੇ ਹਰ ਪਾਰਟੀ ਹੌਲੀ-ਹੌਲੀ ਆਪਣੇ ਪੱਤੇ ਖੋਲਦੀ ਨਜ਼ਰ ਆ ਰਹੀ ਹੈ। ਇਸ ਵੇਲੇ ਤੱਕ ਲਗਭਗ ਭਾਵੇਂ ਸਾਰੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ, ਪਰ ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਸਿਰਫ 31 ਉਮੀਦਵਾਰ ਅਜੇ ਹੋਰ ਐਲਾਨਣੇ ਨੇ। ਕਾਂਗਰਸ ਦੀ ਚੋਣ ਕਮੇਟੀ ਦੀ ਮੀਟਿੰਗ ਦਿੱਲੀ ਵਿੱਚ ਹੋਈ ਤੇ ਬਾਕੀ ਰਹਿੰਦੇ ਉਮੀਦਵਾਰਾਂ ਦੇ ਨਾਂ ਤੇ ਮੰਥਨ ਹੋਇਆ, ਪਰ ਗੱਲ ਕਿਸੇ ਸਿਰੇ ਨਹੀਂ ਲੱਗ ਸਕੀ। ਸੂਤਰ ਦੱਸਦੇ ਨੇ ਕਿ 5 ਸੀਟਾਂ ਦੇ ਪੇਚ ਫਸਿਆ ਹੋਇਆ। ਬਰਨਾਲਾ ਸੀਟ ਤੋਂ ਇਲਾਵਾ ਫਾਜ਼ਿਲਕਾ, ਜਲਾਲਾਬਾਦ, ਨਵਾਂਸ਼ਹਿਰ, ਖੇਮਕਰਨ, ਬਰਨਾਲਾ ਤੇ ਆਦਮਪੁਰ ਆਦਿ ਸੀਟਾਂ ਨੂੰ ਲੈ ਕੇ ਰੇੜਕਾ ਬਣਿਆ ਹੋਇਆ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਾਮ ਚੋਣ ਕਮੇਟੀ ਦੀ ਮੀਟਿੰਗ ਸੱਦੀ ਸੀ, ਪਰੰਤੂ ਸਕਰੀਨਿੰਗ ਕਮੇਟੀ ਦੀ ਸਹਿਮਤੀ ਨਾ ਹੋਣ ਕਰਕੇ ਇਹ ਮੀਟਿੰਗ ਨਹੀਂ ਹੋ ਸਕੀ। ਪਰ ਕਮੇਟੀ ਦੇ ਮੈਂਬਰਾਂ ਨੇ ਕੇਸੀ ਵੇਣੂਗੋਪਾਲ ਨਾਲ ਮੀਟਿੰਗ ਕੀਤੀ ਹੈ। ਹਾਈ ਕਮਾਨ ਨੇ ਇਸ ਸੰਬੰਧੀ ਇੱਕ ਸਬ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਕੇਸੀ ਵੇਣੂਗੋਪਾਲ, ਮੁਕਲ ਵਾਸਨਿਕ, ਅੰਬਿਕਾ ਸੋਨੀ, ਹਰੀਸ਼ ਚੌਧਰੀ ਅਤੇ ਅਜੇ ਮਾਕਨ ਸ਼ਾਮਲ ਸਨ। ਇਹ ਕਮੇਟੀ ਰੇੜਕੇ ਵਾਲੀ ਸੀਟਾਂ ਬਾਰੇ ਆਏ ਨਵੇਂ ਨਾਮਾਂ ਤੇ ਵਿਚਾਰ ਕਰਕੇ ਫਾਈਨਲ ਸੁਝਾਅ ਦੇਵੇਗੀ। ਇਸ ਤੋਂ ਬਾਅਦ ਕਾਂਗਰਸ ਦੇ ਅਗਲੇ 31 ਉਮੀਦਵਾਰਾਂ ਦੇ ਨਾਮ ਤੈਅ ਹੋਣਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਕਾਂਗਰਸ ਪਾਰਟੀ ਦੀ 86 ਉਮੀਦਵਾਰਾਂ ਦੀ ਸੂਚੀ ਆਈ ਸੀ ਤੇ ਇਸ ਤੋਂ ਬਾਅਦ ਵੱਖ-ਵੱਖ ਹਲਕਿਆਂ ਵਿੱਚ ਬਾਗੀ ਸੁਰਾਂ ਉੱਠੀਆਂ ਸਨ ਅਤੇ ਹੁਣ ਪਾਰਟੀ ਅਗਲੇ 31 ਉਮੀਦਵਾਰਾਂ ਸੰਬੰਧੀ ਬੜਾ ਫੈਸਲਾ ਸੋਚ ਵਿਚਾਰ ਤੋਂ ਬਾਅਦ ਕਰਨਾ ਚਾਹੁੰਦੀ ਹੈ। ਸੂਤਰ ਇਹ ਵੀ ਦੱਸਦੇ ਨੇ ਕਿ ਸ਼ਾਇਦ ਪਹਿਲਾਂ ਤੋਂ ਐਲਾਨ ਉਮੀਦਵਾਰਾਂ ਚੋਂ ਕਿਸੇ ਦਾ ਪੱਤਾ ਕੱਟਿਆ ਵੀ ਜਾ ਸਕਦਾ ਹੈ। ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਅਤੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਤੇ ਉਹਨਾਂ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨ ਨੂੰ ਲੈ ਕੇ FIR ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਤੇ ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫਾ ਨੇ ਹਿੰਦੂਆਂ ਖਿਲਾਫ ਵਿਵਾਦਿਤ ਬਿਆਨ ਦਿੱਤਾ ਸੀ, ਜਿਸ ਵਿੱਚੋਂ ਇਸ ਦੀ ਹਰ ਪਾਸੇ ਤੋਂ ਖੇਦੀ ਕੀਤੀ ਜਾ ਰਹੀ ਹੈ। ਮੁਹੰਮਦ ਮੁਸਤਫਾ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦਾ ਮਾਹੌਲ ਤਣਾਅਪੂਰਨ ਹੋ ਗਿਆ। ਉਹਨਾਂ ਕਿਹਾ ਕਿ ਮੈਂ ਇੱਕ ਕੌਮੀ ਫੌਜੀਆਂ ਤੇ RSS ਦਾ ਏਜੰਟ ਨਹੀਂ ਜੋ ਡਰ ਕੇ ਘਰ ਦੇ ਅੰਦਰ ਵੜ ਜਾਵਾਂ। ਜੇਕਰ ਉਹ ਦੁਬਾਰਾ ਅਜਿਹਾ ਕੰਮ ਕਰਨਗੇ ਤਾਂ ਰੱਬ ਦੀ ਸਹੁੰ ਖਾਓ ਕਿ ਮੈਂ ਉਹਨਾਂ ਦੇ ਘਰ ਵੜ ਕੇ ਉਹਨਾਂ ਨੂੰ ਮਾਰ ਦਿਆਂਗਾ। ਅੱਜ ਮੈਂ ਸਿਰਫ ਉਹਨਾਂ ਨੂੰ ਚੇਤਾਵਨੀ ਦੇ ਰਿਹਾ, ਮੈਂ ਵੋਟਾਂ ਲਈ ਨਹੀਂ ਲੜ ਰਿਹਾ, ਮੈਂ ਆਪਣੇ ਭਾਈਚਾਰੇ ਦੇ ਲਈ ਲੜ ਰਿਹਾ। ਭਾਜਪਾ ਨੇ ਮੁਹੰਮਦ ਮੁਸਤਫਾ ਤੇ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਦੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਭਾਜਪਾ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਹੈ ਕਿ ਉਹ ਮੁਸਤਫਾ ਨੂੰ ਮੋਹਰ ਬਣਾ ਕੇ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੇ ਨੇ। ਬਲਵੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਵਾਲੇ ਸੰਗੀਤ ਸਮਾਜ ਮੋਰਚੇ ਨੇ ਅੱਜ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀ ਅਗਲੀ ਲਿਸਟ ਜਾਰੀ ਕੀਤੀ ਹੈ ਤੇ ਅੱਜ ਮੋਰਚੇ ਨੇ 5ਵੀਂ ਸੂਚੀ ਜਾਰੀ ਕਰਦੇ ਹੋਏ 8 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਤੇ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਰੂਰਲ ਤੋਂ ਬਾਬਾ ਚਮਕੌਰ ਸਿੰਘ, ਬੰਗੇ ਤੋਂ ਰਾਜਕੁਮਾਰ ਮਹਿਲ, ਖੁਰਦ ਚੱਬੇਵਾਲ ਤੋਂ ਰਸ਼ਪਾਲ ਸਿੰਘ ਰਾਜੂ, ਫਗਵਾੜਾ ਤੋਂ ਚੌਧਰੀ ਖੁਸ਼ੀਰਾਮ IAS, ਗੜਸ਼ੰਕਰ ਤੋਂ ਡਾਕਟਰ ਜੰਗ ਬਹਾਦਰ ਸਿੰਘ ਰਾਏ, ਮੁਕੇਰੀਆਂ ਤੋਂ ਜਸਵੰਤ ਸਿੰਘ ਰੰਧਾਵਾ, ਭਦੌੜ ਤੋਂ ਗੋਰਾ ਸਿੰਘ, ਜਗਰਾਉਂ ਤੋਂ ਕੁਲਦੀਪ ਸਿੰਘ ਡੱਲਾ ਨੂੰ ਟਿਕਟ ਦੇ ਕੇ ਨਵਾਜਿਆ। ਤੇ ਤੁਹਾਨੂੰ ਦੱਸ ਦਈਏ ਬੀਤੇ ਦਿਨੇ ਪਾਰਟੀ ਦੇ ਉਮੀਦਵਾਰਾਂ ਦੇ ਨਾਮਾਂ ਵਾਲੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ 35 ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ। ਦੱਸ ਦਈਏ ਕਿ ਇਸ ਵਿੱਚ ਮੌੜ ਤੋਂ ਲੱਖਾ ਸਿਧਾਣਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ। 2012 ਵਿੱਚ ਲੱਖਾ ਮਨਪ੍ਰੀਤ ਬਾਦਲ ਦੀ ਪਾਰਟੀ ਪੀਪਲ ਆਫ ਪੰਜਾਬ ਦੀ ਟਿਕਟ ਤੇ ਰਾਮਪੁਰਾ ਫੂਲ ਤੋਂ ਚੋਣ ਲੜ ਚੁੱਕਿਆ। ਉਦੋਂ ਉਸ ਨੂੰ 10,065 ਵੋਟਾਂ ਮਿਲੀਆਂ ਸਨ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੰਯੁਕਤ ਸੰਘਰਸ਼ ਪਾਰਟੀ ਚੜੂਨੀ ਤੇ ਸੰਯੁਕਤ ਸਮਾਜ ਮੋਰਚਾ ਬਲਵੀਰ ਸਿੰਘ ਰਾਜੇਵਾਲ ਵਿੱਚ ਗੱਠਜੋੜ ਹੋ ਚੁੱਕਿਆ। ਉੱਥੇ ਬਲਵੀਰ ਸਿੰਘ ਰਾਜੇਵਾਲ ਮੁੱਖ ਮੰਤਰੀ ਦਾ ਚਿਹਰਾ ਹੋਣਗੇ। ਇਹ ਐਲਾਨ ਗੁਰਨਾਮ ਸਿੰਘ ਚੜੂਨੀ ਨੇ ਸ਼ਨੀਵਾਰ ਨੂੰ ਕੀਤਾ। ਕੋਰੋਨਾ ਦੇ ਵਾਧੇ ਸੰਕਰਮਣ ਦੇ ਚੱਲਦਿਆਂ ਚੋਣ ਕਮਿਸ਼ਨ ਕਿਸੇ ਤਰ੍ਹਾਂ ਦਾ ਰਿਸਕ ਲੈਣ ਦੇ ਮੂਡ ਵਿੱਚ ਨਹੀਂ ਹੈ। ਇਸ ਲਈ ਕਮਿਸ਼ਨ ਨੇ ਚੋਣ ਰੈਲੀਆਂ, ਜਲੂਸ ਤੇ ਰੋਡ ਸ਼ੋਅ ਤੇ ਪਾਬੰਦੀਆਂ ਇੱਕ ਹਫ਼ਤੇ ਲਈ ਹੋਰ ਵਧਾ ਦਿੱਤੀਆਂ ਨੇ। ਸੂਤਰਾਂ ਦੇ ਮੁਤਾਬਕ ਕੋਰੋਨਾ ਸੰਕਰਮਤ ਅਤੇ ਟੀਕਾਕਰਨ ਦੀ ਸਥਿਤੀ ਦੀ ਸਮੀਖਿਆ ਲਈ ਸ਼ਨੀਵਾਰ ਨੂੰ ਰੱਖੀ ਗਈ ਬੈਠਕ 'ਚ ਇਸ ਤੇ ਸਹਿਮਤੀ ਬਣੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਮਿਸ਼ਨ ਨੇ ਪ੍ਰਚਾਰ ਦੇ ਦੂਜੇ ਤਰੀਕੇ 'ਚ ਕੁਝ ਢਿੱਲ ਦਿੱਤੀ ਹੈ। ਇਸ ਬੈਠਕ ਵਿੱਚ ਮੁੱਖ ਚੋਣ ਕਮਿਸ਼ਨਰ ਨਾਲ
ਸਾਰੇ ਡਿਪਟੀ ਕਮਿਸ਼ਨਰ ਸ਼ਾਮਲ ਹੋਏ। ਇਸ ਤੋਂ ਇਲਾਵਾ ਉੱਚ ਅਧਿਕਾਰੀਆਂ ਤੇ 5 ਚੋਣਵੀ ਸੂਬਿਆਂ ਦੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਵੀ ਇਸ ਬੈਠਕ ਦੇ ਵਿੱਚ ਹਿੱਸਾ ਲਿੱਤਾ। ਬੈਠਕ 'ਚ ਸੂਬਿਆਂ ਦੇ ਪ੍ਰਮੁੱਖ ਸਕੱਤਰ ਸਿਹਤ ਤੇ ਮੁੱਖ ਸਕੱਤਰ ਨੇ ਟੀਕਾਕਰਨ ਦੇ ਸੰਕਰਮਣ ਨੂੰ ਲੈ ਕੇ ਹੁਣ ਤੱਕ ਦੀ ਪ੍ਰਗਤੀ ਤੇ ਜਾਣਕਾਰੀ ਦਿੱਤੀ। ਇਹਦੇ ਨਾਲ ਹੀ ਗੱਲਬਾਤ 'ਚ ਚਰਚਾ ਤੋਂ ਬਾਅਦ ਕੇਂਦਰੀ ਸਿਹਤ ਸਕੱਤਰ ਨਾਲ ਸਮੀਖਿਆ ਬੈਠਕ ਹੋਈ ਹੈ, ਜਿਸ ਤੋਂ ਬਾਅਦ ਪਾਬੰਦੀ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ। ਚੋਣ ਕਮਿਸ਼ਨ ਚਾਹੁੰਦਾ ਹੈ ਕਿ ਟੀਕਾਕਰਨ ਦੇ ਆંકੜੇ ਤੇ ਮਜ਼ਬੂਤੀ ਹੋਵੇ। ਸੂਤਰਾਂ ਦੇ ਮੁਤਾਬਕ ਪਹਿਲੇ ਪੜਾਅ 'ਚ ਚੋਣ ਪ੍ਰਚਾਰ ਪਿਛਲੀ ਚੋਣਾਂ ਦੀ ਤਰ੍ਹਾਂ ਜੇਕਰ 72 ਘੰਟੇ ਪਹਿਲਾਂ ਹੀ ਬੰਦ ਹੋਵੇਗਾ ਤੇ ਉਸ ਨੂੰ ਸੰਭਾਵਿਤ ਢਿੱਲ ਮਿਲ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਢਿੱਲ ਮਿਲੇਗੀ ਤਾਂ ਪਾਬੰਦੀਆਂ ਨਾਲ ਭਾਵ ਕਮਿਸ਼ਨ ਢਿੱਲ ਤਾਂ ਦੇਵੇਗਾ ਪਰ ਲਗਾਮ ਹੱਥ 'ਚ ਹੀ ਰੱਖੇਗਾ। ਚੋਣ ਕਮਿਸ਼ਨ ਦੇ ਸੂਤਰਾਂ ਮੁਤਾਬਕ ਛੋਟੀਆਂ ਸਭਾਵਾਂ, ਘਰ ਘਰ ਸੰਪਰਕ ਮੁਹਿੰਮ ਵਰਗੀਆਂ ਚੀਜ਼ਾਂ ਨੂੰ ਲੈ ਕੇ ਵਧਾਉਣ ਦੀ ਵੀ ਗੱਲ ਹੋਈ ਹੈ। Maybe I will reiterate what I've said. I'm so sorry you haven't heard about it. I've said it on Aaj Tak. I've said it on ABP. I've said it almost everywhere that the case that they've put on Charanjit Channi, naming him, was in 2018 and it was Captain Amrinder Singh who did it. और वो FIR को दर्ज कराए करीब 4 साल हो गए। एंड आई सेड इट कि कुंभकर्ण भी 6 महीने बाद आदम बो करता हुआ खड़ा हो जाता। आप कुंभकर्ण के भी बाप निकले कि आप 4 साल से सो रहे हैं और इलेक्शन के एंड ब्रिंक के ऊपर आप ये ईडी ला के खड़ा कर रहे हैं। ईडी की बात छोड़िए मैडम, आप देखिए कि मैंने 4 जजों को पहली बार प्रेस कॉन्फ्रेंस करते हुए देखा और उन्होंने कहा कि हमारे रोस्टर में घपला है। आपने भी देखा, उसमें एक ग्रेट आदमी थे चामुंडेश्वर जी, ठीक है साहब, वो किया उन्होंने। उसके बाद आपने रॉ को देखा क्या हाल हुआ, फिर आपने ईडी को देखा, सीबीआई को देखा, लोगों ने उन्हें तोता कहा। अब ये शब्द किसी सेंट्रल एजेंसी के लिए इस्तेमाल किया जाना चाहिए? लोग उन्हें कठपुतलियां कहते हैं। ये क्यों है? पुलिस का सियासीकरण क्यों है? इसी सिस्टम के खिलाफ नवजोत सिद्धू लड़ रहा है मैडम। आज जो रेते की चोरी चल रही है, इसके खिलाफ लड़ते हुए मुझे 17 साल हो गए। मैंने सत्ता छोड़ी, मिनिस्ट्रियां छोड़ी, लेकिन ये सवाल करने मैंने कभी बंद नहीं किए। और सिर्फ नीति से, एक पॉलिसी से ही हो सकता है। मैं ये पॉलिसी बना के लाया था। मैंने सवाल उठाया था कि 1300 किलोमीटर पंजाब के पास दरिया है मैडम, और 10 साल अकाली गवर्नमेंट 40 करोड़ रुपए पर साल जमा कराती रही, और 300 किलोमीटर दरिया वो भी पीली रेत वाला तेलंगाना के पास है, और वो 56 करोड़ रुपए एक हफ्ते में कमाते हैं। नाउ लुक एट द डिफरेंस। 1300 किलोमीटर्स ऑफ रिवर बेड, सफेद रेत जिससे ऊपर कोई रेत नहीं है, पंजाब, एंड हम 40 करोड़ साल और वो एक हफ्ते में 55 करोड़। इज देयर अ कंपैरिजन? क्यों है ये क्यों है? मैं आपको ये भी बता रहा हूं, ठेकेदारी सिस्टम की वजह से। आपने ठेकेदार खड़े कर दिए, कोई आपका कुक है, कोई आपका नौकर है, कोई आपका चाकर है, और उस ठेकेदारी सिस्टम के पीछे आपने पॉलिटिशियन को खड़ा कर दिया। दे मास्टर्ड द आर्ट ऑफ करप्शन। तहसीलदार 100 रुपए लेता फड़ा जाता है, लेकिन ये लोग पकड़े नहीं गए। अजगर की तरह 50-50 हजार करोड़ रुपया हर साल निकलते रहे। समझे? अगर इस सिस्टम को आप प्लेस करके अगर केबल को सस्ता करना कहने से नहीं होगी, यू विल हैव टू ब्रेक द मोनोपोली। देयर इज जस्ट वन एमएसओ हु इज रूलिंग द रूस्ट। जुझार उसका नाम है, सुखबीर का वो दलाल है, चेला है, उसको कोई टैक्स देने की जरूरत नहीं। वो मोनोपोली बना के बैठा है। आप 7 एमएसओ को दे दो, कंपटीशन क्रिएट कर दो, 450 से केबल 200 आ जाएगी। नंबर 1। नंबर 2, अगर कोई सैटेलाइट यूज करता है मैडम, इंटरनेशनल सैटेलाइट यूज करता है, बड़ा चैनल, तो उसे सेंट्रल गवर्नमेंट को पैसे देने पड़ते हैं। लेकिन अगर कोई हमारी केबल को यूज कर रहा है, तो वो हमारी सरजमीन यूज कर रहा है, जिसके नीचे से वो केबल जाती है। पाइपें तोड़ते हैं, घी रात के अंधेरों में चलाते हैं, फिर दे यूज आवर पोल्स। ही विल हैव टू गिव कैरेज फीस। 5 से 7 हजार करोड़ की गेम है मैडम ये। बसें
3,000 परमिट है, 8,000 बसें चल रही हैं मैडम। बादलों की बसें, एसी बसें, ₹1.5 टैक्स कम पर किलोमीटर। पीआरटीसी की खड़कती हुई बस जिसमें कोई एसी नहीं है, ₹1.5 टैक्स ज्यादा। उसका टाइम टेबल इनके करिंदे लखी जैसे बनाते हैं, आखिरी 6 महीने में भगा देते हैं। तो आप मुझे बताइए, ल्यूक्रेटिव रूट्स जो हैं, लेट मी फिनिश, ल्यूक्रेटिव रूट्स, एयरपोर्ट वाले, केजरीवाल की इनके साथ अट्टी सट्टी है। वो सारे बादलों की इंडो कनेडियन बसेस दिल्ली जाती हैं। एक पीआरटीसी की दिखाइए, मैं दिखाओ ना, ये सब मिले हुए हैं। दीप मल्होत्रा नाम का ब्लैक लिस्टेड बंदा जो अकाली दल से एमएलए था, 2 जोन की पॉलिसी तोड़ के केजरीवाल ने उसे 4 जोन की पॉलिसी दी। ये वो केजरीवाल है जो कहता था गलियों में शराब बिकने नहीं दूंगा। आज गली गली शराब बिक रही है, इतना बड़ा चोर है ये। और वो पैसे पोंटी चड्डा अब इनको सप्लाई करता है। कैप्टन अमरिंदर सिंह के घर में कली कराने के पैसे नहीं थे। मैं कह रहा हूं, टैक्स फार्म, मशरूम का फार्म, 2 करोड़ का कर्जा लिया था, 12 करोड़ का हो गया था। NE 118 में घूमता था। पोंटी चड्डा ने आके तकदीर बदली, वो भी मैडम ने इन्हें प्रधान बनाया। 300 करोड़ की डील स्टार्ट हुई। आप पता कीजिए, दुनिया में पता लगेगा आपको, समझे नहीं? वो सबको पता है। अब पोंटी चड्डा ने क्या दिया क्या नहीं दिया ये तो मैं नहीं कह सकता, ये भी मैं नहीं कह सकता कि कितना दिया कितना नहीं, लेकिन वो NE 118 फट से बदली गई, वो सारे कर्जे उतर गए और किसने किसने बाजू थमा, ये स्टोरी सबको पता है। इसलिए केजरीवाल साहब इतना समझ लें, इतना समझ लें कि भाई आपने जिस मुद्दे पे पंजाब में इलेक्शन लड़ने का नगाड़ा बजाया था वो ड्रग्स थे। सरकार ड्रग्स और बेअदबी पे बनी थी, और जब वो आपने नगाड़ा बजाया था 6 महीने बाद आपने बूट चाट के विक्रम मजीठिया के माफी मांगी, और आपने जो माफी मांगी वो चिट्ठी मैंने रिलीज की। आपकी कैबिनेट में एक भी महिला नहीं, आप महिला सशक्तिकरण की बात करते हो। यहां वोट 18 साल की लड़की का लेने के लिए आपने आके 1,000 रुपया अनाउंस कर दिया। क्या एक महिला को आपने दिल्ली में दिया? यहां टंकियों से प्रोफेसर उतारने की बात करते हो। 22,000 प्रोफेसरों के बीच में मैं बैठा मैडम दिल्ली में जाके, उन्होंने कहा बंधुआ मजदूर बना रखा है इस आदमी ने हमें। बंधुआ मजदूर की जब मैं बात कर रहा हूं, उन्होंने कहा 15-15 दिन का कॉन्ट्रैक्ट, डेली वेज पे रखा हुआ है टीचरों को इस बंदे ने। इसका SYL पे क्या स्टैंड है? जब काले कानून सबसे पहले नोटिफाई करने वाला मुख्यमंत्री ये आदमी है, तो फिर किस बना पे आज ये झूठ बेच के, सपने बेच के ये हमारी सरजमीन पे रिमोट कंट्रोल से चलाना चाहता है?